ਮੈਰੀ ਕਿਊਰੀ। ਕੋਈ 1.5 ਕੁ ਸਾਲ ਪਹਿਲਾਂ ਦੀ ਗੱਲ ਹੈ। ਪੋਲੈਂਡ ਦੇ ਸ਼ਹਿਰ ਵਾਰਸਾ ਦੀਆਂ ਗਲੀਆਂ ਵਿੱਚ ਕੁਝ ਨਿੱਕੇ-ਨਿੱਕੇ ਬੱਚੇ ਖੇਡ ਰਹੇ ਸਨ। ਇੱਕ ਬਜ਼ੁਰਗ ਜਿਪਸੀ ਔਰਤ ਉਹਨਾਂ ਦੇ ਨੇੜਿਓਂ ਲੰਘਦੀ ਰੁਕ ਗਈ। ਖੇਡ ਰਹੇ ਬੱਚਿਆਂ ਵਿੱਚੋਂ ਇੱਕ ਨਿੱਕੀ ਜਿਹੀ ਕੁੜੀ ਦਾ ਹੱਥ ਫੜ ਕੇ ਉਸ ਵੇਖਿਆ ਅਤੇ ਕਹਿਣ ਲੱਗੀ, ਬੇਟੀ, ਤੇਰੀ ਪ੍ਰਸਿੱਧੀ ਕਿਸੇ ਦਿਨ ਦੁਨੀਆ ਭਰ ਵਿੱਚ ਹੋਵੇਗੀ। ਤੂੰ ਬਹੁਤ ਵੱਡੀ ਔਰਤ ਬਣੇਗੀ। ਇਹ ਸੁਣ ਕੇ ਬੱਚਿਆਂ ਦਾ ਝੁੰਡ ਜੋਤਸ਼ ਲਾਉਣ ਵਾਲੀ ਉਸ ਜਿਪਸੀ ਔਰਤ ਵਾਲੇ ਇਕੱਠਾ ਹੋ ਗਿਆ। ਅੱਛਾ ਬੇਬੇ, ਇਹ ਦੱਸ ਭਲਾ ਇਹ ਕੁੜੀ ਕੀ ਰਾਣੀ ਬਣੇਗੀ? ਇੱਕ ਬੱਚੇ ਨੇ ਭੋਲੇ ਭਾਅ ਪੁੱਛਿਆ। ਉਸ ਵਾਸਤੇ ਦੁਨੀਆ ਦੀ ਸਭ ਤੋਂ ਵੱਡੀ ਔਰਤ ਤਾਂ ਰਾਣੀ ਹੀ ਸੀ। ਬੇਬੇ ਉਸਦੇ ਭੋਲੇਪਨ ਉੱਤੇ ਮੁਸਕਰਾਈ, ਜਿਵੇਂ ਕਹਿ ਰਹੀ ਹੋਵੇ, ਰਾਣੀਆਂ ਇਸ ਦੇ ਸਾਹਮਣੇ ਕੀ ਹੋਣਗੀਆਂ। ਉਹ ਚੁੱਪਚਾਪ ਆਪਣੇ ਰਸਤੇ ਪੈ ਗਈ। ਉਹ ਨਿੱਕੀ ਜਿਹੀ ਕੁੜੀ ਹੀ ਵੱਡੀ ਹੋ ਕੇ ਮੈਰੀ ਕਿਊਰੀ ਦੇ ਨਾਮ ਨਾਲ ਦੁਨੀਆ ਦੀ ਪ੍ਰਸਿੱਧ ਸਾਇੰਸਦਾਨ ਬਣੀ। ਸਾਇੰਸ ਦੇ ਖੇਤਰ ਵਿੱਚ ਦੁਨੀਆ ਭਰ ਵਿੱਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਕਿਸੇ ਬੰਦੇ ਨੂੰ ਹਰ ਸਾਲ ਇੱਕ ਵੱਡਾ ਅਤੇ ਯਾਦਗਾਰੀ ਇਨਾਮ ਦਿੱਤਾ ਜਾਂਦਾ ਹੈ। ਇਸ ਨੂੰ ਨੋਬਲ ਪੁਰਸਕਾਰ ਕਹਿੰਦੇ ਹਨ। ਮੈਰੀ ਕਿਊਰੀ ਸਾਇੰਸ ਦਾ ਨੋਬਲ ਪੁਰਸਕਾਰ ਲੈਣ ਵਾਲੀ ਪਹਿਲੀ ਇਸਤਰੀ ਸੀ। ਹੋਰ ਵੱਡੀ ਗੱਲ ਇਹ ਕਿ ਉਸਨੂੰ ਇਹ ਇਨਾਮ ਇੱਕ ਵਾਰੀ ਨਹੀਂ, 2 ਵਾਰ ਮਿਲਿਆ। ਜ਼ਰਾ ਸੋਚੋ, ਉਹ ਕਿੰਨੀ ਮਿਹਨਤੀ ਤੇ ਪ੍ਰਤਿਭਾਸ਼ਾਲੀ ਹੋਵੇਗੀ। ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਉਸਦੇ ਪਤੀ ਨੂੰ ਵੀ ਨੋਬਲ ਇਨਾਮ ਮਿਲਿਆ। ਉਸ ਪਿੱਛੋਂ ਉਸਦੀ ਧੀ ਅਤੇ ਧੀ ਦੇ ਪਤੀ ਨੇ ਨੋਬਲ ਪੁਰਸਕਾਰ ਜਿੱਤ ਕੇ ਮੈਰੀ ਕਿਊਰੀ ਦਾ ਨਾਮ ਸਦਾ ਲਈ ਅਮਰ ਕਰ ਦਿੱਤਾ। ਮੈਰੀ ਕਿਊਰੀ ਪੋਲੈਂਡ ਵਿੱਚ ਪੈਦਾ ਹੋਈ। ਪੋਲੈਂਡ ਉਹਨਾਂ ਦਿਨਾਂ ਵਿੱਚ ਗੁਲਾਮ ਸੀ। ਮੈਰੀ ਦਾ ਪਿਤਾ ਸਕਲੋਡੋਵਸਕੀ ਇੱਕ ਸਕੂਲ ਅਧਿਆਪਕ ਸੀ। ਮਾਂ ਘਰ ਵਿੱਚ ਬੱਚੇ ਪੜ੍ਹਾ ਕੇ ਘਰ ਦੇ ਗੁਜ਼ਾਰੇ ਲਈ ਆਮਦਨੀ ਵਿੱਚ ਵਾਧਾ ਕਰਦੀ। ਮੈਰੀ ਦਾ ਜਨਮ 7 ਨਵੰਬਰ 1867 ਨੂੰ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ 6ਵੀਂ ਸੰਤਾਨ ਸੀ। ਮਾਤਾ-ਪਿਤਾ ਨੇ ਉਸ ਨੂੰ ਬੜੇ ਮੋਹ ਨਾਲ ਘਰ ਵਿੱਚ ਹੀ ਪੜ੍ਹਾਉਣਾ ਸ਼ੁਰੂ ਕੀਤਾ। ਮੈਰੀ ਆਪਣੀ ਵੱਡੀ ਭੈਣ ਬਰੌਨੀਆ ਦੀਆਂ ਕਿਤਾਬਾਂ ਲੈ ਕੇ ਵਿਹਲੇ ਵੇਲੇ ਉਸ ਨਾਲ ਬੈਠੀ ਪੜ੍ਹਾਈ ਕਰਦੀ ਰਹਿੰਦੀ। ਉਹ ਆਪ ਪੜ੍ਹਦੀ, ਵੱਡੀ ਭੈਣ ਨੂੰ ਪੜ੍ਹ ਕੇ ਸੁਣਾਉਂਦੀ। ਰਤਾ ਵੱਡੀ ਹੋਈ ਤਾਂ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲ ਹੋ ਗਈ। ਹਰ ਜਮਾਤ ਵਿੱਚੋਂ ਉਹ ਪਹਿਲੇ ਨੰਬਰ ਤੇ ਆਉਂਦੀ। ਸਕੂਲ ਦੀ ਪੜ੍ਹਾਈ ਪੂਰੀ ਕਰਨ ਉੱਤੇ ਉਸ ਨੂੰ ਗੋਲਡ ਮੈਡਲ ਦਿੱਤਾ ਗਿਆ। ਅਜੇ ਸਕੂਲ ਦੀ ਸਿੱਖਿਆ ਮੁੱਕੀ ਹੀ ਸੀ ਕਿ ਮੈਰੀ ਦੀ ਇੱਕ ਭੈਣ ਅਤੇ ਮਾਤਾ ਉਸ ਨੂੰ ਸਦਾ ਲਈ ਵਿਛੋੜਾ ਦੇ ਗਈਆਂ। ਘਰ ਵੀ ਸੁੰਨਾ ਹੋ ਗਿਆ ਅਤੇ ਘਰ ਦੀ ਆਮਦਨ ਵੀ ਘਟ ਗਈ। ਮੈਰੀ ਅਤੇ ਉਸਦੀ ਭੈਣ ਦਾ ਦਿਲ ਅੱਗੇ ਪੜ੍ਹਨ ਨੂੰ ਕਰਦਾ ਸੀ। ਦੋਵੇਂ ਭੈਣਾਂ ਟਿਊਸ਼ਨਾਂ ਪੜ੍ਹਾਉਂਦੀਆਂ ਤੇ ਘਰ ਵਿੱਚ ਹੀ ਅਗਲੇਰੀ ਪੜ੍ਹਾਈ ਕਰਦੀਆਂ ਰਹੀਆਂ। ਫਿਰ ਉਹਨਾਂ ਕੁਝ ਪੈਸੇ ਜੋੜੇ ਤੇ ਫਰਾਂਸ ਜਾ ਕੇ ਅੱਗੇ ਪੜ੍ਹਨ ਦਾ ਮਨ ਬਣਾਇਆ। ਪਹਿਲਾਂ ਵੱਡੀ ਭੈਣ ਗਈ ਅਤੇ ਫਿਰ ਨਿੱਕੀ। ਮੈਰੀ ਉੱਥੇ ਸਾਰਬੋਨ ਯੂਨੀਵਰਸਿਟੀ ਵਿੱਚ ਵਿਗਿਆਨ ਦੀ ਉਚੇਰੀ ਪੜ੍ਹਾਈ ਕਰਨ ਲੱਗੀ। ਕਿਸੇ ਹੋਰ ਕੰਮ ਵਿੱਚ ਉਸਦੀ ਰੁਚੀ ਨਹੀਂ ਸੀ। ਨਾ ਖਾਣ ਦਾ ਸ਼ੌਕ, ਨਾ ਪਹਿਨਣ ਦਾ। ਸਾਦੇ ਜਿਹੇ ਕੱਪੜੇ ਪਾਈ ਉਹ ਘਰ ਤੋਂ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਤੋਂ ਘਰ ਜਾ ਪਹੁੰਚਦੀ। ਯੂਨੀਵਰਸਿਟੀ ਦੇ ਨੇੜੇ ਹੀ ਇੱਕ ਪੁਰਾਣੇ ਜਿਹੇ 3 ਮੰਜ਼ਲੇ ਮਕਾਨ ਦੀ ਉੱਪਰਲੀ ਛੱਤ ਉੱਤੇ ਉਸਦੀ ਕਿਰਾਏ ਦੀ ਨਿੱਕੀ ਜਿਹੀ ਕੋਠੜੀ ਸੀ। ਉਹ ਕੋਠੜੀ ਉਸ ਲਈ ਬਥੇਰੀ ਸੀ। ਉਸ ਦਾ ਸਾਮਾਨ ਵੀ ਕਿੰਨਾ ਕੁ ਸੀ। ਲੋਹੇ ਦਾ ਇੱਕ ਸੰਦੂਕ, ਕੁਝ ਭਾਂਡੇ, ਕੁਝ ਡੱਬੇ, ਇੱਕ ਸਟੋਵ। ਲੋਹੇ ਦੇ ਸੰਦੂਕ ਵਿੱਚ ਉਹ ਕੱਪੜੇ ਵੀ ਰੱਖਦੀ ਅਤੇ ਮੇਜ਼ ਜਾਂ ਕੁਰਸੀ ਵਜੋਂ ਵੀ ਇਸ ਨੂੰ ਵਰਤਦੀ। ਪੁੰਜੇ ਬਹਿ ਕੇ ਵੀ ਉਹ ਪੜ੍ਹ ਲੈਂਦੀ। ਰੋਟੀ ਪਾਣੀ ਦਾ ਸਮਾਨ ਉਹ ਆਪ ਖਰੀਦ ਲਿਆਉਂਦੀ ਅਤੇ ਆਪੇ ਬਣਾ ਕੇ ਖਾ ਲੈਂਦੀ। ਪੜ੍ਹਨ ਲਈ ਉਹ ਨੇੜੇ ਦੀ ਲਾਇਬ੍ਰੇਰੀ ਵਿੱਚ ਚਲੀ ਜਾਂਦੀ। ਉੱਥੇ ਰੋਸ਼ਨੀ ਵੀ ਮੁਫਤ ਸੀ ਅਤੇ ਕਿਤਾਬਾਂ ਵੀ ਢੇਰ ਸਨ। 10 ਵਜੇ ਰਾਤ ਨੂੰ ਜਦ ਲਾਇਬ੍ਰੇਰੀ ਬੰਦ ਹੋ ਜਾਂਦੀ ਤਾਂ ਉਹ ਘਰ ਆ ਕੇ ਪੜ੍ਹਨ ਲੱਗਦੀ। ਰਾਤ ਨੂੰ 2-3 ਵਜੇ ਤੱਕ ਪੜ੍ਹਦੀ। ਪਤਾ ਨਹੀਂ ਉਹ ਕਿਸ ਵੇਲੇ ਥੱਕ ਟੁੱਟ ਕੇ ਬਿਸਤਰੇ ਤੇ ਸੌਂ ਜਾਂਦੀ। ਮੈਰੀ ਦੀਆਂ ਸਹੇਲੀਆਂ ਹੀ ਉਸਦੀ ਸਿਹਤ ਦਾ ਧਿਆਨ ਰੱਖਦੀਆਂ। ਨਤੀਜਾ ਨਿਕਲਿਆ ਤਾਂ ਮੈਰੀ ਅੱਵਲ ਆਈ ਸੀ। ਉਹ ਵਾਪਸ ਵਾਰਸਾ ਪਿਤਾ ਕੋਲ ਆ ਗਈ। ਉਸਦਾ ਦਿਲ ਕਰਦਾ ਕਿ ਹੋਰ ਅੱਗੇ ਪੜ੍ਹੇ। ਛੇਤੀ ਹੀ ਉਸਨੂੰ ਇੱਕ ਸਰਕਾਰੀ ਵਜ਼ੀਫਾ ਮਿਲ ਗਿਆ।
ਅਤੇ ਉਹ ਮੁੜ ਪੈਰਿਸ ਆ ਗਈ। ਉਸ ਦੀ ਮਿਹਨਤ ਤੇ ਪ੍ਰਤਿਭਾ ਨੂੰ ਇੱਥੇ ਪਹਿਲਾਂ ਹੀ ਸਾਰੇ ਜਾਣਦੇ ਸਨ। ਉਸ ਦੀ ਬੜੀ ਇੱਜ਼ਤ ਹੋਈ। ਅਧਿਆਪਕ ਅਤੇ ਹੋਰ ਖੋਜੀ ਉਸ ਨਾਲ ਗੰਭੀਰ ਚਰਚਾ ਕਰਦੇ ਰਹਿੰਦੇ। ਮੇਰੀ ਦੇ ਇੱਕ ਅਧਿਆਪਕ ਜੋਜ਼ਫ ਨੇ ਮੇਰੀ ਦੀ ਜਾਣ ਪਛਾਣ ਇੱਕ ਹੋਣਹਾਰ ਅਤੇ ਮਿਹਨਤੀ ਭੌਤਿਕ ਵਿਗਿਆਨੀ ਪਿਅਰੀ ਕਿਊਰੀ ਨਾਲ ਕਰਵਾਈ। ਉਹ ਖੋਜ ਵਿੱਚ ਰੁੱਝਾ ਹੋਇਆ ਸੀ। ਮੇਰੀ ਤੇ ਪਿਅਰੀ ਦੋਵੇਂ ਇੱਕੋ ਰੁਚੀ ਦੇ ਹੋਣ ਕਾਰਨ ਛੇਤੀ ਹੀ ਬਹੁਤ ਨੇੜੇ ਹੋ ਗਏ। ਮੇਰੀ ਦੇ ਪਿਤਾ ਨੇ ਪਿਅਰੀ ਦੇ ਪਿਤਾ ਡਾਕਟਰ ਯੂਜੀਨ ਨਾਲ ਗੱਲ ਕਰਕੇ ਦੋਹਾਂ ਦਾ ਵਿਆਹ ਕਰ ਦਿੱਤਾ। ਦੋਵੇਂ ਹੁਣ ਦਿਨ ਰਾਤ ਖੋਜ ਕਾਰਜਾਂ ਵਿੱਚ ਜੁਟੇ ਰਹਿੰਦੇ। ਇੱਕ ਦੂਜੇ ਦੀ ਮਦਦ ਨਾਲ ਉਹ ਨਿੱਤ ਨਵੇਂ ਮਸਲੇ ਛੋਹਦੇ ਅਤੇ ਹੱਲ ਕਰਦੇ। ਮੇਰੀ ਸਾਇੰਸ ਦੀ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਖੋਜ ਕਰਨ ਲੱਗੀ। ਕਈ ਉਸ ਨੂੰ ਮਖੌਲ ਕਰਦੇ, ਬੀਬੀ ਇਸਤਰੀਆਂ ਨੂੰ ਸਾਇੰਸ ਦੀਆਂ ਖੋਜਾਂ ਨਾਲ ਕੀ ਮਤਲਬ? ਘਰ ਦਾ ਕੰਮਕਾਰ ਕਰ ਜਾਂ ਫਿਰ ਖਾਣਾ ਪਕਾਉਣ ਦਾ ਕੋਈ ਕੋਰਸ ਕਰ ਲੈ। ਮੇਰੀ ਚੁੱਪ ਕਰ ਜਾਂਦੀ ਅਤੇ ਖੋਜ ਵਿੱਚ ਜੁਟੀ ਰਹਿੰਦੀ। ਉਸ ਦਾ ਪਤੀ ਵੀ ਉਸੇ ਵਾਂਗ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਉਸ ਦਾ ਸਾਥ ਦਿੰਦਾ। ਪਤੀ ਪਤਨੀ ਬੜੀ ਮਿਹਨਤ ਨਾਲ ਸਾਇੰਸ ਦੀਆਂ ਖੋਜਾਂ ਵਿੱਚ ਰੁੱਝੇ ਰਹਿੰਦੇ। ਕਈ ਵਾਰ ਤਾਂ ਉਹਨਾਂ ਦੀਆਂ ਰਾਤਾਂ ਵੀ ਪ੍ਰਯੋਗਸ਼ਾਲਾ ਵਿੱਚ ਬੀਤ ਜਾਂਦੀਆਂ। ਉਹਨਾਂ ਦਿਨਾਂ ਵਿੱਚ ਐਕਸ-ਰੇ ਦੀ ਖੋਜ ਅਜੇ ਹੋਈ ਹੀ ਸੀ। ਵਿਗਿਆਨੀ ਇਸ ਕਿਸਮ ਦੀਆਂ ਹੋਰ ਕਿਰਨਾਂ ਦੀ ਖੋਜ ਵੱਲ ਰੁਚਿਤ ਸਨ। ਮੇਰੀ ਅਤੇ ਉਸ ਦਾ ਪਤੀ ਵੀ ਛਾਣਬੀਨ ਕਰਨ ਲੱਗੇ। ਇਸ ਛਾਣਬੀਨ ਦੌਰਾਨ ਮੇਰੀ ਨੇ ਇੱਕ ਨਵਾਂ ਤੱਤ ਲੱਭ ਲਿਆ। ਇਸ ਦਾ ਨਾਮ ਉਸਨੇ ਆਪਣੇ ਮਾਤ ਭੂਮੀ ਪੋਲੈਂਡ ਦੇ ਨਾਂ ਉੱਤੇ ਪੋਲੇਨੀਅਮ ਰੱਖਿਆ। ਇਸ ਪਿੱਛੋਂ 4 ਸਾਲ ਲਗਾਤਾਰ ਉਹ ਖੋਜ ਕਰਦੇ ਰਹੇ, ਤਜਰਬੇ ਕਰਦੇ ਰਹੇ। ਦੋਹਾਂ ਦੀ ਸਿਹਤ ਖਰਾਬ ਹੋ ਗਈ। ਆਰਥਿਕ ਪੱਖੋਂ ਵੀ ਹਾਲਤ ਖਸਤਾ ਹੋ ਗਈ, ਪਰ ਉਹਨਾਂ ਨੇ ਹਾਰ ਨਾ ਮੰਨੀ। ਆਖਰ ਉਹਨਾਂ ਇਸ ਖੋਜ ਦੇ ਆਧਾਰ ਤੇ ਇੱਕ ਹੋਰ ਰੇਡੀਓ ਐਕਟਿਵ ਤੱਤ ਖੋਜ ਲਿਆ। ਉਸ ਦਾ ਨਾਮ ਉਹਨਾਂ ਨੇ ਰੇਡੀਅਮ ਰੱਖਿਆ। ਇਸ ਖੋਜ ਨਾਲ ਉਹਨਾਂ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। ਪ੍ਰਸਿੱਧੀ ਦੇ ਇਸੇ ਸਿਖਰ ਉੱਤੇ ਹੀ ਮੇਰੀ ਦੇ ਪਿਤਾ ਦੀ 1902 ਵਿੱਚ ਮੌਤ ਹੋ ਗਈ। 1904 ਵਿੱਚ ਮੇਰੀ ਅਤੇ ਉਸ ਦੇ ਪਤੀ ਨੂੰ ਉਹਨਾਂ ਦੀਆਂ ਖੋਜਾਂ ਬਦਲੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2 ਵਰ੍ਹੇ ਬਾਅਦ ਮੇਰੀ ਦੇ ਜੀਵਨ ਸਾਥੀ ਪਿਅਰੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਰੀ ਨੇ ਫਿਰ ਵੀ ਹਿੰਮਤ ਨਾ ਹਾਰੀ। 1911 ਵਿੱਚ ਉਸ ਨੂੰ ਦੂਜੀ ਵਾਰ ਨੋਬਲ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਦੇ ਆਪਣੇ ਦੇਸ਼ ਦੇ ਰੇਡੀਅਮ ਖੋਜ ਕੇਂਦਰ ਸਥਾਪਿਤ ਕਰਕੇ ਉਸ ਦੀ ਨੀਂਹ ਰੱਖਣ ਲਈ ਮੇਰੀ ਨੂੰ ਸੱਦਿਆ। ਮੇਰੀ ਖੁਸ਼ੀ-ਖੁਸ਼ੀ ਆਪਣੀ ਮਾਤ ਭੂਮੀ ਨੂੰ ਪਰਤੀ। ਇੰਨੇ ਨੂੰ ਪਹਿਲਾ ਮਹਾਯੁੱਧ ਸ਼ੁਰੂ ਹੋ ਗਿਆ। ਮੇਰੀ ਨੇ ਰੇਡੀਓ ਐਕਟਿਵ ਕਿਰਨਾਂ ਦੀ ਮਦਦ ਨਾਲ ਬਿਮਾਰਾਂ ਤੇ ਰੋਗੀਆਂ ਦੀ ਸੇਵਾ ਦਾ ਕਾਰਜ ਸੰਭਾਲਿਆ। ਰੇਡੀਓ ਐਕਟਿਵ ਪਦਾਰਥਾਂ ਨਾਲ ਕੰਮ ਕਰਨਾ ਸਿਹਤ ਲਈ ਖਤਰਨਾਕ ਹੁੰਦਾ ਹੈ, ਪਰ ਬਿਨਾਂ ਕਿਸੇ ਖਤਰੇ ਦੀ ਪਰਵਾਹ ਕੀਤੇ ਲਗਾਤਾਰ ਲੰਮੇ ਸਮੇਂ ਤੱਕ ਰੇਡੀਓ ਐਕਟਿਵ ਪਦਾਰਥਾਂ ਨਾਲ ਖੋਜ ਕਰਨ ਕਾਰਨ ਮੇਰੀ ਦੀ ਸਿਹਤ ਖਾਸੀ ਵਿਗੜ ਗਈ। ਪਰ ਇਹਨਾਂ ਖੋਜਾਂ ਨਾਲ ਉਸ ਦਾ ਮੋਹ ਉਮਰ ਭਰ ਨਾ ਟੁੱਟਾ। 2 ਵਾਰ ਨੋਬਲ ਇਨਾਮ ਜਿੱਤ ਕੇ ਵੀ ਮੇਰੀ ਬੜਾ ਸਧਾਰਨ ਜੀਵਨ ਜਿਉਂਦੀ ਸੀ। ਅੰਤਿਮ ਸਮੇਂ ਤੱਕ ਖੋਜ ਨੂੰ ਸਮਰਪਿਤ ਮੇਰੀ ਕਿਊਰੀ 4 ਜੁਲਾਈ 1934 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਸ ਦੀ ਮੌਤ ਤੋਂ ਅਗਲੇ ਹੀ ਵਰ੍ਹੇ ਉਸ ਦੀ ਧੀ ਅਤੇ ਉਸ ਦੇ ਪਤੀ ਨੂੰ ਸਾਇੰਸ ਦੇ ਖੇਤਰ ਵਿੱਚ ਵਧੀਆ ਕੰਮ ਬਦਲੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।